Hello students, I'm Lovepreet again with you people for the lecture of learning under the batch 2018 onwards BBA Organization Behavior, and this is unit number 1 chapter number 3 learning, and I am working as a training and placement officer at Modern Group of Colleges Pandori Bhagat Mukerian District Hoshiarpur। और ਜਿਹੜੇ ਅੱਜ ਦੇ ਟੌਪਿਕਸ ਹੈ ਚੈਪਟਰ ਦੇ and we used to go through by the meaning of learning, characteristics and theories, classical conditioning, operant conditioning, social learning theory and behavior modification। ਅਸੀਂ ਅੱਜ ਦੇ ਚੈਪਟਰ ਦੇ ਵਿੱਚ ਲਰਨਿੰਗ ਦੇ ਸਾਰੇ ਕਰੈਕਟਰਿਸਟਿਕਸ ਦੇ ਬਾਰੇ ਦੇ ਵਿੱਚ ਜਾਣਕਾਰੀ ਹਾਸਲ ਕਰਨੀ ਔਰ ਨਾਲ ਦੇ ਨਾਲ ਇਹ ਜਾਣਨਾ ਹੈ ਕਿ ਇੱਕ ਲਰਨਿੰਗ ਦੇ ਪ੍ਰੋਸੈਸ ਦੇ ਨਾਲ ਕਿਵੇਂ ਅਸੀਂ ਅੱਛੀ ਆਊਟਪੁੱਟ ਲਿਆ ਕੇ ਆ ਸਕਦੇ ਹਾਂ, ਚਾਹੇ ਆਪਾਂ ਡੇਲੀ ਰੂਟੀਨ ਦੀ ਗੱਲ ਕਰੀਏ, ਚਾਹੇ ਅਸੀਂ ਆਪਣੀ ਪਰਸਨਲ ਲਾਈਫ ਦੀ, ਚਾਹੇ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ। ਵਟ ਇਜ਼ ਅ ਲਰਨਿੰਗ? Learning can be defined as the permanent change in the behavior due to direct and indirect experience during working or by daily routine activities of a normal life. It means change in behavior, attitude by education, knowledge and training, practice and experience. It is completed by the acquisition of knowledge skills which are relatively permanent. Learning ਇੱਕ ਡੇਲੀ ਬੇਸ ਦਾ ਪ੍ਰੋਸੈਸ ਹੈ। ਅਸੀਂ ਲਰਨਿੰਗ ਪ੍ਰੋਸੈਸ ਦੇ ਵਿੱਚ ਆਪਣੇ ਬਚਪਨ ਤੋਂ ਹੀ ਗਰੋ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇੱਕ ਪੈਨਸਿਲ ਫੜਨ ਦੀ ਸ਼ੁਰੂਆਤ ਤੱਕ ਤੋਂ ਲੈ ਕੇ ਇੱਕ PhD ਤੱਕ ਜਾਣਾ, ਇਹ ਸਾਰਾ ਪ੍ਰੋਸੈਸ ਜਿਹੜਾ ਲਰਨਿੰਗ ਦਾ ਹੈ। ਇੱਕ ਵਿਅਕਤੀ ਨੂੰ ਕੰਟੀਨਿਊਸ ਲਰਨਰ ਹੋਣਾ ਚਾਹੀਦਾ ਹੈ ਔਰ ਉਹਨੂੰ ਹਰ ਮੂਵਮੈਂਟ ਦੇ ਉੱਤੇ ਕੁਝ ਨਾ ਕੁਝ ਚੀਜ਼ ਸਿੱਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਆਪ ਦੇ ਵਿੱਚ ਕੁਝ ਇੱਦਾਂ ਦੇ ਫੀਚਰਸ ਡਿਵੈਲਪ ਕਰਨ which improves their personality, their way of working, their way of talking and with their way of living। ਔਰ ਇਸੇ ਤਰੀਕੇ ਦੇ ਨਾਲ ਹੀ ਅਸੀਂ ਬੀਇੰਗ ਅ ਆਰਗੇਨਾਈਜੇਸ਼ਨ ਗੱਲ ਕਰੀਏ ਤਾਂ ਹਰ ਇੱਕ ਟਾਸਕ ਇੱਕ ਵਿਅਕਤੀ ਦੇ ਵਾਸਤੇ ਲਰਨਿੰਗ ਦੀ ਐਕਟੀਵਿਟੀ ਹੈ। ਕਿਵੇਂ ਕਿ ਇੱਕ ਟਾਸਕ ਦਾ ਅੱਛਾ ਐਕਸਪੀਰੀਅੰਸ ਲੈ ਕੇ ਉਸ ਅਗਲੀ ਟਾਸਕ ਨੂੰ ਪਰਫੋਰਮ ਕਰਨਾ, ਇਹ ਸਾਰਾ ਇੱਕ ਲਰਨਿੰਗ ਦੇ ਜ਼ਰੀਏ ਦੇ ਨਾਲ ਸਾਡੀ ਡੇਲੀ ਰੂਟੀਨ ਦੇ ਵਿੱਚ, ਸਾਡੀ ਦਿਨਚਰਿਆ ਦੇ ਵਿੱਚ, ਭਾਵ ਟਾਈਮ ਟੇਬਲ ਦੇ ਵਿੱਚ ਆਉਂਦਾ ਹੈ। ਔਰ ਇਟ ਇਜ਼ ਡਿਫਾਈਨਡ ਐਜ਼ ਦੀ ਪਰਮਾਨੈਂਟ ਚੇਂਜ। ਔਰ ਜਦੋਂ ਅਸੀਂ ਇੱਕ ਵਾਰੀ ਚੀਜ਼ ਨੂੰ ਲਰਨ ਕਰ ਲੈਂਦੇ ਤਾਂ ਉਹਦੇ ਨਾਲ ਸਾਡੇ ਕੋਲ ਪਰਮਾਨੈਂਟ ਚੇਂਜ ਇਨ ਬਿਹੇਵੀਅਰ ਹੈਜ਼ ਬੀਨ ਸੀਨ। ਕਿਹਦੇ ਨਾਲ ਹੁੰਦੀ ਹੈ? ਡਾਇਰੈਕਟ ਜਾਂ ਇਨਡਾਇਰੈਕਟ ਐਕਸਪੀਰੀਅੰਸ ਦੇ ਨਾਲ। ਇੱਕ ਵਿਅਕਤੀ ਦਾ ਵਿਵਹਾਰ ਵੀ ਸਾਨੂੰ ਲਰਨਿੰਗ ਕਰਵਾ ਕੇ ਜਾਂਦਾ ਕਿ ਅਸੀਂ ਉਹੋ ਜਿਹੇ ਕਰੈਕਟਰ ਦੇ ਵਿਅਕਤੀ ਨੂੰ, ਉਹੋ ਜਿਹੇ ਪਰਸੈਪਸ਼ਨ ਵਾਲੇ ਵਿਅਕਤੀ ਦੇ ਨਾਲ ਕਿਸ ਤਰੀਕੇ ਨਾਲ ਗੱਲ ਕਰਨੀ ਹੈ, ਕਿਸ ਤਰੀਕੇ ਨਾਲ ਉਹਨਾਂ ਤੋਂ ਕੰਮ ਲੈਣਾ, ਇਹ ਵੀ ਇੱਕ ਵੇ ਆਫ ਲਰਨਿੰਗ ਰਹਿੰਦਾ ਹੈ। ਉਹਦੇ ਕੀ ਹੈ ਕਿ ਇਟ ਮੀਨਸ ਚੇਂਜ ਇਨ ਬਿਹੇਵੀਅਰ, ਐਟੀਟਿਊਡ ਬਾਈ ਐਜੂਕੇਸ਼ਨ, ਨੌਲੇਜ ਐਂਡ ਲਰਨਿੰਗ, ਪ੍ਰੈਕਟਿਸ ਐਂਡ ਐਕਸਪੀਰੀਅੰਸ। ਇਟ ਇਜ਼ ਕੰਪਲੀਟਡ ਬਾਈ ਐਕੁਜੀਸ਼ਨ ਆਫ ਨੌਲੇਜ ਐਂਡ ਸਕਿੱਲਸ ਵਿਚ ਆਰ ਰਿਲੇਟਿਵਲੀ ਪਰਮਾਨੈਂਟ। ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਇਹਦੇ ਨਾਲ ਇੱਕ ਪਰਮਾਨੈਂਟ ਚੇਂਜ ਆਉਂਦਾ ਹੈ, ਸਾਡਾ ਸੋਚਣ ਦਾ ਜ਼ਰੀਆ ਚੇਂਜ ਹੁੰਦਾ। ਲਰਨਿੰਗ ਆਰਗੇਨਾਈਜੇਸ਼ਨ, ਹਰ ਆਰਗੇਨਾਈਜੇਸ਼ਨ ਲਰਨਿੰਗ ਆਰਗੇਨਾਈਜੇਸ਼ਨ ਦੀ ਕੈਟੇਗਰੀ ਦੇ ਵਿੱਚ ਆਉਂਦੀ ਹੈ। ਲਗਭਗ ਉੱਥੇ ਦੇ ਕੰਮ ਕਰਨ ਵਾਲੇ ਵਿਅਕਤੀਆਂ ਦਾ, ਉਹਨਾਂ ਦੇ ਟੌਪ ਮੈਨੇਜਮੈਂਟ ਦਾ, ਬਾਟਮ ਮੈਨੇਜਮੈਂਟ ਜਾਂ ਮਿਡਲ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਲਰਨਿੰਗ ਆਰਗੇਨਾਈਜੇਸ਼ਨ ਦੀ ਕੈਟੇਗਰੀਜ਼ ਦੇ ਵਿੱਚ ਆਉਂਦੀ ਹੈ ਸਾਰੀ ਟਾਈਪ ਆਫ ਮੈਨੇਜਮੈਂਟ ਫੋਰ ਅ ਪਰਟੀਕੂਲਰ ਆਰਗੇਨਾਈਜੇਸ਼ਨ। ਕਿਉਂਕਿ ਜਦੋਂ ਅਸੀਂ ਨਵਾਂ ਐਕਸਪੀਰੀਅੰਸ ਲੈਂਦੇ ਹਾਂ, ਨਵੀਂ ਚੀਜ਼ ਸਿੱਖਦੇ ਹਾਂ ਤਾਂ ਸਾਡੇ ਕੋਲ ਇੱਕ ਲਰਨਿੰਗ ਦੀ ਐਕਟੀਵਿਟੀ ਆਉਂਦੀ ਹੈ। ਔਰ ਹਰ ਰੋਜ਼ ਗਲੋਬਲਾਈਜੇਸ਼ਨ ਦੇ ਨਾਲ ਸਾਡੇ ਕੋਲ ਇੱਕ ਬਿਜ਼ਨਸ ਦੇ ਵਾਸਤੇ ਪ੍ਰੈਸ਼ਰ ਰਹਿੰਦਾ ਜਿਹੜਾ ਮੈਨੇਜਮੈਂਟ ਨੂੰ ਫੋਰਸ ਕਰਦਾ ਹੈ ਕਿ ਉਹ ਆਪਣੇ ਕੰਮ ਕਰਨ ਵਾਲੇ ਇੰਪਲੋਈਜ਼ ਦੀ ਲਰਨਿੰਗ ਪ੍ਰੋਸੈਸ ਨੂੰ, ਉਹਦੀ ਐਕਟੀਵਿਟੀਜ਼ ਨੂੰ ਇੰਪਰੂਵ ਕਰਨ ਬਾਈ ਦਾ ਵੇ ਆਫ ਟ੍ਰੇਨਿੰਗ ਔਰ ਬਾਈ ਦਾ ਵੇ ਆਫ ਸੈਮੀਨਾਰਸ ਐਜ਼ ਪਰ ਡਿਸਕ੍ਰਾਈਬਡ ਅੰਡਰ ਦੀ ਰੂਲ ਆਫ ਦੇਅਰ ਆਰਗੇਨਾਈਜੇਸ਼ਨ। ਕੀ ਹੈ ਕਿ ਲਰਨਿੰਗ ਆਰਗੇਨਾਈਜੇਸ਼ਨ ਡਿਵੈਲਪਸ ਬਾਈ ਦ ਗਲੋਬਲਾਈਜੇਸ਼ਨ ਪ੍ਰੈਸ਼ਰ ਡੈਟ ਇਨੇਬਲਸ ਦੈਮ ਟੂ ਰਿਮੇਨ ਕੰਪੀਟੀਟਿਵ ਇਨ ਏ ਬਿਜ਼ਨਸ ਇਨਵਾਇਰਮੈਂਟ। ਲਰਨਿੰਗ ਆਰਗੇਨਾਈਜੇਸ਼ਨਸ ਇਸੇ ਤਰੀਕੇ ਦੇ ਨਾਲ ਹੀ ਆਪਣੇ ਬਿਜ਼ਨਸ ਪ੍ਰੈਸ਼ਰਸ ਨੂੰ ਮੇਨਟੇਨ ਕਰਦੇ ਹੋਏ ਲਰਨਿੰਗ ਪ੍ਰੋਸੈਸ ਨੂੰ ਇੰਪਰੂਵ ਕਰਦੇ ਹੈ ਸੋ ਐਜ਼ ਟੂ ਸਸਟੇਨ ਇਨ ਦਾ ਡਾਇਨਾਮਿਕ ਬਿਜ਼ਨਸ ਵਰਲਡ। ਕਰੈਕਟਰਿਸਟਿਕਸ ਆਫ ਲਰਨਿੰਗ, ਸਾਡੇ ਕੋਲ ਲਰਨਿੰਗ ਦੇ ਕੀ ਕਰੈਕਟਰਿਸਟਿਕਸ ਹੈ? ਆਹ ਬੜੀ ਅੱਛੀ ਗੱਲ ਲਿਖੀ ਹੈ ਕਿ ਲਰਨਿੰਗ ਵਿਦਾਊਟ ਰਿਫਲੈਕਸ਼ਨ ਇਜ਼ ਅ ਵੇਸਟ ਐਂਡ ਰਿਫਲੈਕਸ਼ਨ ਵਿਦਾਊਟ ਲਰਨਿੰਗ ਇਜ਼ ਡੇਂਜਰਸ। ਅਸੀਂ ਬਿਨਾਂ ਲਰਨਿੰਗ ਤੋਂ ਕੋਈ ਕੰਮ ਕਰਾਂਗੇ, ਕੋਈ ਐਕਟੀਵਿਟੀ ਕਰਾਂਗੇ, ਹਮੇਸ਼ਾ ਡੇਂਜਰਸ ਰਹੇਗੀ। ਫੋਰ ਐਗਜ਼ਾਮਪਲ ਹੈ ਕਿ ਅਸੀਂ ਜਹਾਜ਼ ਚਲਾਉਣਾ ਸਿੱਖਿਆ ਨਹੀਂ, ਉਹਦੀ ਟ੍ਰੇਨਿੰਗ ਨਹੀਂ ਲਈ, ਉਹਦੀ ਲਰਨਿੰਗ ਨਹੀਂ ਕੀਤੀ ਤਾਂ ਅਸੀਂ ਆਪਣੇ ਨਾਲ ਉਹਨਾਂ ਯਾਤਰੀਆਂ ਨੂੰ ਜੋਖਿਮ ਦੇ ਵਿੱਚ ਪਾਉਂਦੇ ਹਾਂ ਜਿਹੜੇ ਯਾਤਰੀ ਉਸ ਜਹਾਜ਼ ਦੇ ਵਿੱਚ ਬੈਠੇ ਹੋਏ। ਸੇਮ ਇਜ਼ ਦੀ ਐਗਜ਼ਾਮਪਲ ਵਿਦ ਦਾ
ट्रेनिंग फॉर डॉक्टर्स, असी जिन्नी देर तक इंजैक्शन इंजैक्ट करना नहीं जानते तो उन्नी देर तक असी इंजैक्शन नहीं लगा सकते। डैट आर द पार्ट ऑफ द ट्रेनिंग, बट ट्रेनिंग के नाल ही साडे कोल लर्निंग होती है। करैक्टरिस्टिक्स ऑफ लर्निंग, लर्निंग इज़ ए कंटीन्यूअस प्रोसैस, सदा जिंदगी का नित दिन रूटीन का एक कंटीन्यू चलन वाला प्रोसैस है, कभी नहीं रुक सकता। बेशक साडियां पढ़ाइयां समा आने उत्ते असी कह लैंदे हां पूरियां हो गई या असी अपनी पढ़ाई की एलिजिबिलिटीज़ नूं पूरा कर रहे हैं, पर उहदे विच नॉलेज ते लर्निंग सानूं सदा दे वास्ते मिलती रहिंदी। स्टडी और एजुकेशन साडी कंप्लीट हो सकती। लर्निंग इन चेंजिज बिहेवियर, लर्निंग दे नाल एक साडा बिहेवियर चेंज होंदा। जो साडा बिहेवियर चेंज होएगा तो साडे कोल गल करन दा तरीका, काम करन दा तरीका, सारियां चीज़ां दे उत्ते साइकोलॉजी दे उत्ते मैटर करेगा। इट इज़ ए यूनीवर्सल प्रोसैस, इट इज़ ए यूनीवर्सल प्रोसैस मीनस कि लर्निंग एक यूनीवर्सल प्रोसैस है। असी हर मूवमेंट के उत्ते सीखते रहने हैं। लर्निंग इज़ प्रोपोसिव एंड गोल ओरीएंटेड, हाँ ठीक है, ये नाल साडे कोल गोल ओरीएंटेशन तक भी असी पहुँच जाते, अपनी अचीवमेंट नूं लैके पहुँचते हैं। लर्निंग इज़ ए प्रोसैस एंड डिवेलपमेंट, ये साडी डिवेलपमेंट का एक प्रोसैस है जिहदे जरिए दे नाल असी अपनी बहुत सारिया एक्टिविटीज़ नूं डिवेलप करते हैं। लर्निंग इज़ द ऑर्गेनाइजेशन ऑफ एक्सपीरियंसिस, असी एक्सपीरियंसिस के जरिए ते ही सीखते हैं। लर्निंग अकर्स ड्यू टू द एक्टिविटी एंड इन्वायरमेंट, लर्निंग एक इन्वायरमेंट के नाल नाल एक वातावरण जिहड़ा साडे कोल सीखण दा बनिया होया है, जिथे असी सीखते हैं, वो उस वातावरण के करके ही सानू दिमाग दे विच चीज़ां जांदियां ने, और ताइयों असीं इन्हां नूं कहंदे कि लर्निंग अकर ड्यू टू द एक्टिविटी एंड एक्सपीरियंस। लर्निंग हैल्प इन अचीविंग टीचिंग एंड लर्निंग ऑब्जेक्टिव्स, बिल्कुल सही है कि साडे कोल जिहड़े साडे ऑब्जेक्टिव्स है, टीचिंग के ऑब्जेक्टिव्स है, जे असीं किसी नूं कोई काम सिखाना है या उन्हां नूं कोई इन्फॉर्मेशन देनी है, वो साडे कोल तां ही होएगा जे साडे कोल एक अच्छा लर्नर है। लर्निंग इज़ ए फंडामेंटल प्रोसैस ऑफ लाइफ, और एक फंडामेंटल प्रोसैस ऑफ लाइफ के नाल ही असी लर्निंग नूं कंसिडरेशन दिंदे हैं कि ये नित दिन के नाल चलन वाली एक प्रोसैस है। लर्निंग इज़ द रिलेशनशिप बिटवीन स्टिमुलस एंड रिस्पॉन्स, जेकर असी एक क्वेश्चन का आंसर अच्छे तरीके नाल दे रहे हैं, इसका मतलब है कि सानू उस क्वेश्चन का कंसैप्ट क्लीयर है। एक बच्चा छोटा जिहा उन्होंने प्लस माइनस मल्टीप्लीकेशन के क्वेश्चन का जो जवाब देंगे है तो वह ताइयों उहदा जिहड़ा स्टिमुलस के उत्ते रिस्पॉन्स इस करके वो देगा क्योंकि वो बच्चे ने उस चीज़ के उत्ते काम किया है और उसकी लर्निंग के नाल ही वो क्वेश्चनस नूं सॉल्व कर रहा। लर्निंग इज़ ट्रांसफरेबल, ठीक है जी, असी जेकर कोई चीज़ नूं सीख लेंदे, कोई हुनर आ जाता तो असी उसनूं ट्रांसफर दूसरे लोगों तक कर लैंदे हैं, जिहदे माध्यम दे नाल उन्हां तक एक लर्निंग का प्रोसैस चलदा और उन्हां दी नॉलेज दे विच वाधा हुंदा। अगे आ जांदी है कि थ्योरीज, साडे कोल वेरीअस लर्निंग थ्योरीज है जिहड़ियां सानू हैल्प करदियां है कि किन्हां कारणों के करके एक व्यक्ति सीखता है, कि चीज़ां हुंदियां ने जिन्हां करके एक इंसान किसी चीज़ नूं सीखता है, उहदे बिहेवियर दे विच और उहदे डेली रूटीन दे विच। सब तो पहले नंबर ते आंदी क्लासिकल कंडीशनिंग थ्योरी। क्लासिकल कंडीशनिंग इज़ ए लर्निंग प्रोसैस दैट अकर्स थ्रू एसोसिएशंस विद एन एनवायरमेंटल स्टिमुलस एंड ए नेचुरली अकरिंग स्टिमुलस। Any feature of the environment that affect the behavior of individual example। कहता भाव यह है कि क्लासिकल कंडीशनिंग एक प्रोसैस है, एक थ्योरी है जिहड़ी ये कहती है कि लर्निंग इज़ अ एसोसिएशन बिटवीन एन एनवायरमेंटल स्टिमुलस एंड ए नेचुरली अकरिंग स्टिमुलस। एक एनवायरमेंटल स्टिमुलस है, उहदे नाल असीं कंपैरिजन एक नैचुरली अकरिंग स्टिमुलस आंदा है, तो जिहदे करके एक व्यक्ति लर्निंग के प्रोसैस दे विचों गो थ्रू हुंदा। मैं तुहानूं अगली स्लाइड दे विच ये गल समझाना। असीं लर्निंग एक्सपैरीमेंट दे विच साडे कोल आ पावलर्स एक्सपैरीमेंट ऑन डॉग, उन्हें फूड नूं स्टिमुलस के तौर के उत्ते चूज किया है, और जो उन्हें फूड डॉग के अगे प्रेजेंट किया है तो वह की रिएक्शनस है वो मैं तुहानूं अगे दसदा अगली स्लाइड के विच। पहला आपां चलीए, फिर तुहानूं सारी दोबारा तो थ्योरी के उत्ते आंदे। बिफोर कंडीशनिंग उहदा की सी, जो उन्होंने फूड सर्व किया जाता सी इन द फॉर्म ऑफ मीट है, उहदे कोल जो भी चीज़ हैगी है, चाहे वह सैरेलैक है, कुछ भी है, वो अगे डॉग दे प्रेजेंट किया तो वही सिलेवेशन शुरू हो गया प्रोसैस। बिफोर कंडीशनिंग कोई कंडीशनिंग नहीं सी। फिर उसदे बाद उन्हें एक आदत पाई, बिफोर कंडीशनिंग एक विसल दे नाल उन्होंने आदत पाई, एक रिस्पॉन्स आना शुरू होया कि जो विसल मारते सी तां वो अपने एक एक्टिवनैस वो दिमाग दे विच आंदी सी कि एक विसल नाम की भी कोई चीज़ है जिहदे नाल वो रिस्पॉन्स
करना शुरू कर। इन्हां दे विच कंडीशनिंग नहीं की, बस ये रिएक्शनस नूं असीं नोट किया कि वट आर द रिएक्शन, अनकंडीशनल स्टिमुलस और अनकंडीशनल रिस्पॉन्स, न्यूट्रल स्टिमुलस, नो कंडीशनल रिस्पॉन्स। फिर की किया, असीं दोनों नूं कंडीशनिंग फिक्स कर दी कि जो कंडीशनिंग की तो असीं विसल प्लस फूड की एक कॉम्बीनेशन कर दिता। जो उन्हें नाल विसल वजानी नाल फूड प्रेजेंट करना तो डॉग नूं इस चीज़ की समझ है कि मेरे लिए विसल लगी है तो मैनूं खाना मिलना है, तो वह जिहड़ा रिएक्शन है एक कंडीशनिंग हो गई, इट स्टार्ट्स सैलिवेटिंग। ये इस चीज़ के नाल मिलता जुलता है कि उन्होंने हुण इस चीज़ की समझ आ गई कि जो ये दोनों का विसल वजेगी तो ये दोनों का कॉम्बीनेशन उन्होंने मिलेगा, तो वह जिहड़ा बॉडी पार्ट्स है उन्हें रिएक्शन देना शुरू कर दिता। और उस तो बाद विच आफ्टर कंडीशनिंग आ गई, विसल मारी, फिर उन्होंने की है कि भोजन नहीं मिलिया, उन्होंने फूड नहीं आपां दिता, तो उहदे विच उहदी सैलीवेशन का जिहड़ा प्रोसैस है वो फिर भी इस तरीके नाल निरंतर चलदा रहा कि उन्हें सानू नाल फूड मिलना है। और सेम इस तरीके दे नाल एक व्यक्ति है, उन्होंने जिस तरीके की लर्निंग की हैबिट पा दी, वो एक दिन 2-4 दिन थोड़ी थोड़ी देर के बाद उन्होंने जो एक कंडीशनल स्टिमुलस तो कंडीशनल रिस्पॉन्स वाली कैटेगरी दे विच आ जाता है, जो वो एक हैबिचुअल हो जाता है। और फिर भी जो कुछ चेंज आती है बट दी हैबिट्स विल रिमेन दी सेम। ये है कि द क्लस्टरिंग कंडीशनिंग थ्योरी इज बेस्ड ऑन द असम्पशन दैट द लर्निंग इज डिवेलप थ्रू द इंटरैक्शंस विद द एनवायरनमेंट, कि लर्निंग एक एनवायरमेंटल इंटरैक्शन के नाल साडे कोल प्रोसैस फॉलो होंदा है, एंड आल्सो द एनवायरनमेंट शेप्स द बिहेवियर एंड इंटरनल mental state such as feeling, thoughts, emotion that do not explain the human behavior। और इहदे नाल की होंदा है कि इन्वायरमेंट के माध्यम के नाल ही साडियां फीलिंग्स, इमोशनस और थॉट्स जिहड़े है वो डिवेलप होंदे है कि असी किस मूवमेंट के उत्ते हैप्पी रहना, किस मूवमेंट के उत्ते इमोशनल होना और किस मूवमेंट के उत्ते किस तरीके का रिएक्शन देना। ये साडे कोल इमोशनस इन्वायरमेंट के हिसाब के नाल आते हैं। फॉर एग्जाम्पल इन केस ऑफ एनी डेथ वी यूज टू वीप, सानू रोना आंदा, मन दुखी होंदा, एक कंडीशनल रिस्पॉन्स है। और इस दे नाल ही जो असी काम करते हैं कि किसी का विआह है, किसी की शादी है, तो साडा ऑटोमैटिकली उस तरीके का हाव भाव, वो जिहड़े फीलिंग्स है, थॉट्स एंड इमोशनस इन अ ह्यूमन बिहेवियर, एंड सेम इज़ द केस विद एनी कंसैप्ट इन द इंडस्ट्री। और ये बारे मैं तुहानूं समझा दिता सारा, असी इस स्लाइड्स में शफल करके पढ़िया। हुण अगले आ जाती ऑपरेंट कंडीशनिंग थ्योरी। इट इज़ ए कंडीशनिंग थ्योरी नोन एज इंस्ट्रूमेंटल कंडीशनिंग। द थ्योरी इज लर्निंग प्रोसैस विद द बिहेवियर इज सेंसिटिव और कंट्रोल बाय द आउटकम। लैट्स टेक एन एग्जाम्पल ऑफ चाइल्ड। इस कंडीशन की असी जिहड़ी थ्योरी है वो एग्जाम्पल के नाल पढ़ांगे कि द चाइल्ड मे लर्न टू ओपन अ बॉक्स टू गैट अ कैंडी इनसाइड एंड लर्न टू अवॉइड टचिंग अ हॉट पैन। ये उहदी कंडीशन के उत्ते डिपेंड हो जाता, उन्होंने कुछ ज़्यादा सिखाने की जरूरत नहीं पैंदी, बट उहदियां जिहड़ियां इंटरनल सेंसेशनस है वो काम करदियां, उन्होंने पता चल जाता कि हॉट पैन है, ये गर्म है, तो ये तो मैं बच के रहना है। किते ना किते हौली हौली उहदा अपना परसनल एक्सपीरियंस के नाल डिवेलप होंदी है। इन कंपैरिजन विद द क्लासिकल कंडीशनिंग, जो असीं इहदा क्लासिकल कंडीशनिंग थ्योरी के नाल कंपैरिजन करते हैं तो रिलेशनशिप बिटवीन द स्टिमुलस एंड बिहेवियर हैज़ बीन डिवेलप, कि जो असीं स्टिमुलस के नाल कोई रिएक्शन दिंदे हैं तो उहदा की एक्शन रहिंदा है। एंड फरदर बी इलैबोरेटेड एज ए चाइल्ड मे लर्न टू सैलीवेट एट अ साइट ऑफ कैंडी टू ट्रैंबल एट द साइट टू। इहदे विच की है कि जो उहदे पेरेंट्स गुस्से दे विच होणगे तो उहदा ये रिएक्शन रहेगा स्टिमुलस के नाल रिस्पॉन्स उहदा इस तरीके का कि वह डरेगा, और जो उहदे सामने कैंडी पेश की गई तो इट ट्राई टू सैलीवेट। आ दो कंडीशन हो सकते, पर जी ऑपरेंट कंडीशन है वो ये कहता कि वह समय समय के हिसाब के नाल जो चीज़ों का उन्होंने पता लगता वो अपने आप इन्होंने गलों सीख लैंदा, उन्होंने सिखाने की जरूरत नहीं पौंदी। एग्जाम्पल चाइल्ड एंड सेम इज़ दी केस विद दी इंडस्ट्री। जो एक्सपीरियंस होंदा जांदा त्यों त्यों असीं अपना एक एक्सपीरियंस के बेस के उत्ते काम करते हैं। देखो पॉजिटिव स्टिमुलस है, रीइनफोर्समेंट है, इनक्रीज बिहेवियर है, पनिशमेंट डिक्रीज्ड बिहेवियर है। पॉजिटिव रीइनफोर्समेंट मीनस समथिंग इनक्रीज रहेगा, और साडे कोल जो पॉजिटिव पनिशमेंट आती है एट समथिंग टू डिक्रीज द बिहेवियर। नैगेटिव स्टिमुलस समथिंग हैज़ बीन रिमूव्ड, समथिंग इज एडड
टू इनक्रीज द बिहेवियर एंड नैगेटिव पनिशमेंट रिमूव समथिंग टू रिक्रीज द बिहेवियर। ਜਿਹੜੀਆਂ ਅਸੀਂ ਬੱਚੇ ਦੀ ਐਗਜ਼ਾਮਪਲਾਂ ਦਿੱਤੀਆਂ ਉਹ ਇਸ ਥਾਂ ਦੇ ਉੱਤੇ ਟੁਕਦੀਆਂ ਕਿ ਇੱਥੇ ਚੀਜ਼ ਆਪਣੇ ਆਪ ਸਿੱਖਦਾ ਹੈ ਔਰ ਇੱਥੇ ਜਦੋਂ ਉਹਨੂੰ ਗਾਲਾਂ ਪੈਣਗੀਆਂ ਜਾਂ ਮਾਤਾ ਪਿਤਾ ਦੇ ਕੋਲੋਂ ਡਾਂਟ ਪਏਗੀ ਕਿਸੇ ਕੀਤੀ ਹੋਈ ਸ਼ਰਾਰਤ ਦੇ ਉੱਤੇ ਤਾਂ ਉਹ ਨੈਗੇਟਿਵ ਪਨਿਸ਼ਮੈਂਟ ਦੇ ਵਿੱਚ ਚਲੇ ਜਾਂਦਾ। ਪੋਜ਼ੀਟਿਵ ਰੀਇਨਫੋਰਸਮੈਂਟ ਦੇ ਵਿੱਚ ਕੀ ਹੈ ਕਿ ਸੈਲੀਬ੍ਰੇਸ਼ਨ ਹੁੰਦੀ ਹੈ ਜਦੋਂ ਉਹਨੂੰ ਚਾਕਲੇਟ ਦਿਖਾਉਂਦੀ। ਪੋਜ਼ੀਟਿਵ ਪਨਿਸ਼ਮੈਂਟ ਕੀ ਹੈ ਕਿ ਟੂ ਐਡ ਸਮਥਿੰਗ ਟੂ ਡਿਕਰੀਜ਼ ਦਾ ਬਿਹੇਵੀਅਰ, ਕਿ ਇਹਦੇ ਵਿੱਚ ਜਦੋਂ ਉਹ ਬੱਚਾ ਹੌਟ ਪੈਨ ਦੇ ਨਾਲ ਅਟਰੈਕਟ ਕਰਦਾ ਹੈ ਤਾਂ ਉਹਦਾ ਹੱਥ ਆਟੋਮੈਟਿਕਲੀ ਪਿੱਛੇ ਜਾਂਦਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇੱਕ ਗ੍ਰਾਫ ਦੇ ਫਾਰਮ ਦੇ ਵਿੱਚ ਸਮਝੇ। ਸੋਸ਼ਲ ਲਰਨਿੰਗ ਥਿਊਰੀ, ਮੈਨ ਇਜ਼ ਦਾ ਸੋਸ਼ਲ ਐਨੀਮਲ। ਸੋਸ਼ਲ ਲਰਨਿੰਗ ਥਿਊਰੀ ਇੱਕ ਸਾਡੇ ਕੋਲ ਅਜ਼ੰਪਸ਼ਨ ਉਸ ਚੀਜ਼ ਦੇ ਉੱਤੇ ਬੇਸ ਹੈ ਕਿ ਲਰਨਿੰਗ ਇਜ਼ ਨਾਟ ਐਗਜ਼ੈਕਟਲੀ ਬਿਹੇਵੀਅਰਲ, ਇੰਸਟੈਡ ਇਟ ਇਜ਼ ਅ ਕੋਗਨੀਟਿਵ ਪ੍ਰੋਸੈਸ ਦੈਟ ਟੇਕਸ ਪਲੇਸ ਇਨ ਅ ਸੋਸ਼ਲ ਕੰਟੈਂਟ। ਜਿਵੇਂ ਅਸੀਂ ਘਰ ਆਏ ਪ੍ਰਾਹੁਣੇ ਨੂੰ ਜਾਂ ਕੋਈ ਮਹਿਮਾਨ ਆਉਂਦਾ ਉਹਨੂੰ ਨਮਸਕਾਰ ਜਾਂ ਉਹਨਾਂ ਦੇ ਪੈਰਾਂ ਨੂੰ ਹੱਥ ਲਗਾਉਂਦੇ, ਜੋ ਵੀ ਸਾਡੇ ਸੰਸਕਾਰ ਹੈ ਸਾਡੀ ਕਮਿਊਨਿਟੀ ਦੇ ਹਿਸਾਬ ਦੇ ਨਾਲ ਅਸੀਂ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਵਿਸ਼ ਕਰਦੇ ਹਾਂ। The learning can occur by observing a behavior and by observing the outcome of a behavior, known as vicarious reinforcement। ਕੀ ਹੈ ਕਿ ਸਾਡੇ ਕੋਲ ਲਰਨਿੰਗ ਇੱਕ ਅਬਜ਼ਰਵਿੰਗ ਬਿਹੇਵੀਅਰ ਦੇ ਨਾਲ, ਇਸ ਥਿਊਰੀ ਦੇ ਅਕੋਰਡਿੰਗਲੀ ਕਿ ਇੱਕ ਬੰਦਾ ਅਬਜ਼ਰਵਿੰਗ ਬਿਹੇਵੀਅਰ ਦੇ ਨਾਲ ਸੁਸਾਇਟੀ ਦੇ ਵਿੱਚ ਸਿੱਖਦਾ ਹੈ। ਅਸੀਂ ਜਿਵੇਂ ਸਪੋਜ਼ ਕਰ ਲਓ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਤਾਂ ਸਾਡਾ ਧਰਮ ਜੋ ਵੀ ਹੋਏਗਾ ਪਰ ਅਸੀਂ ਉਸ ਧਰਮ ਦੇ ਹਿਸਾਬ ਦੇ ਨਾਲ ਆਪਣੇ ਉਸ ਪੂਜਾ ਸਥਲ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਜਾ ਕੇ ਸਿੱਖਦੇ ਹਾਂ ਕਿ ਸਾਡੇ ਜਿਹੜੇ ਪੇਰੈਂਟਸ ਹੈ ਜਾਂ ਸੁਸਾਇਟੀ ਦੇ ਵਿੱਚ ਉਸੇ ਪੂਜਾ ਪद्धਤੀ ਨੂੰ ਮੰਨਣ ਵਾਲੇ ਆ ਉਹ ਕਿਸ ਤਰੀਕੇ ਦਾ ਰਿਐਕਸ਼ਨ ਉਸ ਪੂਜਾ ਸਥਲ 'ਤੇ ਜਾ ਕੇ ਦਿੰਦੇ ਆ। ਉਹ ਬਿਹੇਵੀਅਰ ਜਿਹੜਾ ਹੈ ਉਹ ਅਬਜ਼ਰਵਿੰਗ ਬਿਹੇਵੀਅਰ ਹੈ, ਅਬਜ਼ਰਵਿੰਗ ਦੀ ਆਊਟਕਮਸ ਆਫ ਏ ਬਿਹੇਵੀਅਰ। ਇਹ ਕਿੱਥੋਂ ਮਿਲਦਾ ਸਾਡੇ ਕੋਲ? ਸੋਸ਼ਲ ਕੰਟੈਂਟ। ਸੋਸ਼ਲ ਕੰਟੈਂਟ ਕੀ ਹੈ? ਸਾਡਾ ਸੁਸਾਇਟੀ, ਸਾਡਾ ਸਮਾਜ, ਸਾਡਾ ਆਲਾ ਦੁਆਲਾ। Learning includes observation, extraction of information from those observations, and making the decisions regarding the performance of behavior. Thus, the learning can be occur beyond as a observable change in a behavior. ਔਰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਲਰਨਿੰਗ ਹੈ ਉਹਦੇ ਨਾਲ ਸਾਡੇ ਕੋਲ ਇੱਕ ਚੇਂਜ ਆਉਂਦੀ ਬਿਹੇਵੀਅਰ ਦੇ ਵਿੱਚ ਵਿਚ ਇਜ਼ ਈਜ਼ੀਲੀ ਆਈਡੈਂਟੀਫਾਈਡ। Reinforcement plays an important role in learning but is not completely responsible for learning। ਹਾਂ, ਕਿਤੇ ਨਾ ਕਿਤੇ ਰੀਇਨਫੋਰਸਮੈਂਟ ਸਾਡੇ ਕੋਲ ਰੋਲ ਤਾਂ ਪਲੇ ਕਰਦੀ ਹੈ ਬਟ ਨਾਟ ਕੰਪਲੀਟਲੀ ਰਿਸਪੋਂਸੀਬਲ ਫॉर ਲਰਨਿੰਗ। ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਾਡੇ ਸੋਸ਼ਲ ਰਿਲੇਸ਼ਨਸ਼ਿਪਸ ਆ ਉਹ ਵੀ ਮੈਟਰ ਕਰਦੇ। ਲਰਨਰ ਇਜ਼ ਨਾਟ ਅ ਪੈਸਿਵ ਰਿਸੀਵਰ ਫॉर ਐਨ ਇਨਫੋਰਮੇਸ਼ਨ, ਅੰਡਰਸਟੈਂਡਿੰਗ ਇਨਵਾਇਰਮੈਂਟ ਐਂਡ ਬਿਹੇਵੀਅਰ ਆਲ ਮਿਊਚੁਅਲੀ ਇਨਫਲੂਐਂਸ ਈਚ ਅਦਰ। ਕੇਵਲ ਇੱਕ ਹੀ ਤਰੀਕੇ ਦੇ ਨਾਲ ਅਸੀਂ ਸਿੱਖਦੇ ਨਹੀਂ ਹਾਂ, ਇੱਕ ਅਸੀਂ ਦੇਖਣਾ, ਇੱਕ ਉਹਦੇ ਹਿਸਾਬ ਦੇ ਨਾਲ ਆਪਣੀ ਬਾਡੀ ਨੂੰ ਰਿਸਪੌਂਸ ਦੇਣਾ, ਇਹ ਇੱਕ ਸੋਸ਼ਲ ਲਰਨਿੰਗ ਥਿਊਰੀ ਦੇ ਵਿੱਚ ਆਉਂਦਾ ਹੈ। ਔਰ ਅਸੀਂ ਇਹ ਜਿਹੜੀਆਂ ਥਿਊਰੀਜ਼ ਪੜ੍ਹਦੇ ਪਏ ਇਹਦਾ ਬੇਸਿਕ ਮੋਟੋ ਸਮਝਣ ਦਾ ਇਹ ਹੈ ਕਿ ਸਾਨੂੰ ਸਮਝ ਲੱਗੇ ਕਿ ਇੱਕ ਇਨਸਾਨ ਕਿਹਨਾਂ ਗੱਲਾਂ ਦੇ ਕਰਕੇ ਕਿਹੜੀਆਂ ਚੀਜ਼ਾਂ ਦੇ ਨਾਲ ਇੱਕ ਸਿੱਖਣ ਦੀ ਭਾਵਨਾ ਲੈ ਕੇ ਆਉਂਦਾ ਔਰ ਕਿਹੜੀਆਂ ਚੀਜ਼ਾਂ ਦੇ ਨਾਲ ਸਿੱਖ ਸਕਦਾ। ਇਹ ਸਾਰੀਆਂ ਇਹਨਾਂ ਥਿਊਰੀਜ਼ ਦੇ ਵਿੱਚ ਅਲੱਗ-ਅਲੱਗ ਸਾਇੰਟਿਸਟ ਨੇ, ਅਲੱਗ-ਅਲੱਗ ਫਿਲਾਸਫਰ ਨੇ ਅਲੱਗ-ਅਲੱਗ ਥਿਊਰੀਜ਼ ਦਿੱਤੀਆਂ। ਦੇਖੋ, ਕੋਗਨੀਟਿਵ ਫੈਕਟਰਸ ਦੀ ਗੱਲ ਕਰੀਏ ਸੋਸ਼ਲ ਦੇ ਵਿੱਚ, ਨੌਲੇਜ, ਐਕਸਪੈਕਟੇਸ਼ਨ ਔਰ ਐਟੀਟਿਊਡ, ਡਿਟਰਮੀਨੈਂਟਸ ਆਫ ਦੀ ਹਿਊਮਨ ਬਿਹੇਵੀਅਰ। ਇਨਵਾਇਰਮੈਂਟਲ ਫੈਕਟਰਸ ਰਹਿੰਦੇ, ਉਹਦੇ ਸੋਸ਼ਲ ਨਾਰਮਸ ਰਹਿੰਦੇ, ਅਸੈਸ ਇਨ ਦੀ ਕਮਿਊਨਿਟੀ, ਇਨਫਲੂਐਂਸ ਔਨ ਅਦਰ। ਇਨਫਲੂਐਂਸ ਔਨ ਅਦਰਸ ਕੀ, ਜਿੱਦਾਂ ਓਪੀਨੀਅਨ ਲੀਡਰਸ ਹੈ, ਸਪੋਜ਼ ਕਰ ਲਓ ਜਿਹੜੇ ਸਾਡੇ ਗੁਰੂ ਹੈ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ ਜਾਂ ਤਾਂ ਉਹ ਸਾਡੇ ਕੋਲ ਕਿਸੇ ਵੇਲੇ ਇਨਫਲੂਐਂਸ ਔਨ ਅਦਰਸ ਜਾਂ ਸਾਡੇ ਸੋਸ਼ਲ ਲੀਡਰਸ ਦੀ ਗੱਲ ਆਉਂਦੀ ਹੈ, ਉਹਨਾਂ ਅਸੀਂ ਸਪਿਰਿਚੁਅਲ ਲੀਡਰਸ ਬੋਲਦੇ। ਬਿਹੇਵੀਅਰ ਫੈਕਟਰਸ, ਸਕਿੱਲਸ, ਪ੍ਰੈਕਟਿਸ ਐਂਡ ਸੈਲਫ ਐਫੀਸ਼ੀਐਂਸੀ ਮੀਨਸ ਕਿ ਸਾਡੇ ਕੋਲ ਕੀ ਸਕਿੱਲਸ ਆ, ਅਸੀਂ ਕਿੰਨੀ ਜਲਦੀ ਸਿੱਖ ਸਕਦੇ, ਕੀ ਸਾਡੀ ਗ੍ਰੈਸਪਿੰਗ ਪਾਵਰ ਹੈ, ਕੀ ਅਸੀਂ ਉਸ ਚੀਜ਼ ਨੂੰ ਪ੍ਰੈਕਟਿਸ ਕਰਦੇ ਹਾਂ, ਕੀ ਸਾਡੀ ਸੈਲਫ ਐਫੀਸ਼ੀਐਂਸੀ। ਇਸੇ ਤਰੀਕੇ ਨਾਲ ਹੀ ਇਨਵਾਇਰਮੈਂਟਲ ਫੈਕਟਰਸ ਵੀ ਸਾਡੇ ਕੋਲ ਸੋਸ਼ਲ ਥਿਊਰੀ ਦੇ ਵਿੱਚ ਆਉਂਦੇ ਔਰ ਕੋਗਨੀਟਿਵ ਫੈਕਟਰਸ ਵੀ ਆਉਂਦੇ। ਦੀ ਕੋਗਨੀਟਿਵ ਫੈਕਟਰਸ ਆਰ ਬੇਸਿਕਲੀ ਲਿੰਕਡ ਵਿਦ ਦੀ ਬ੍ਰੇਨ, ਕਿ ਅਸੀਂ ਕਿੰਨੀ ਜਲਦੀ ਸਿੱਖਦੇ ਹਾਂ, ਕੀ ਸਾਡੇ ਕੋਲ ਐਕਸਪੈਕਟੇਸ਼ਨਸ ਹੈ, ਕੀ ਸਾਡੀ ਐਟੀਟਿਊਡ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਾਡੇ ਕੋਲ ਸੋਸ਼ਲ ਲਰਨਿੰਗ ਥਿਊਰੀ ਦੀ ਐਕਟੀਵਿਟੀ ਦੇ ਅੰਦਰ ਆਉਂਦੀਆਂ। ਉਸ ਤੋਂ ਬਾਅਦ ਆ ਜਾਂਦਾ ਬਿਹੇਵੀਅਰ ਮੋਡੀਫਿਕੇਸ਼ਨ। ਬਿਹੇਵੀਅਰ ਮੋਡੀਫਿਕੇਸ਼ਨ ਰੈਫਰਸ ਟੂ ਦੀ ਟੈਕਨੀਕ ਯੂਜ਼ ਟੂ ਟਰਾਈ ਐਂਡ ਡਿਕਰੀਜ਼ ਔਰ ਇਨਕਰੀਜ਼ a particular type of behavior of an erection। ਹਾਂਜੀ, ਬਿਹੇਵੀਅਰ ਮੋਡੂਲੇਸ਼ਨ ਮੀਨਸ ਇਹ ਸਾਡੇ ਸੁਭਾਅ ਨੂੰ ਕਿਵੇਂ ਚੇਂਜ ਕਰਦਾ ਹੈ, ਕਿਹੜੀਆਂ ਟੈਕਨੀਕਸ ਹੈ ਜਿਹਦੇ ਨਾਲ ਅਸੀਂ ਆਪਣੀ ਲਰਨਿੰਗ ਐਕਟੀਵਿਟੀਜ਼ ਨੂੰ ਚੇਂਜ ਕਰ ਲੈਂਦੇ ਹਾਂ।
ਇਹ ਉਹ ਹੈ ਕਿ ਬਿਹੇਵੀਅਰ ਮੋਡੀਫਿਕੇਸ਼ਨ ਰੈਫਰਸ ਟੂ ਦ ਟੈਕਨੀਕਸ, ਉਹ ਜਿਹੜੀਆਂ ਤਰੀਕੇ ਜਿਹਦੇ ਨਾਲ ਸਾਡੀ ਕਿਸੇ ਪਰਟੀਕੂਲਰ ਟਾਈਪ ਆਫ ਐਕਟੀਵਿਟੀ ਜਾਂ ਬਿਹੇਵੀਅਰ ਨੂੰ ਚੇਂਜ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ, ਸੌਰੀ ਟੂ ਸੇ ਬਟ ਮੈਂ ਇੱਕ ਐਗਜ਼ਾਮਪਲ, ਨੈਗੇਟਿਵ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰਦਾ ਪਿਆ ਕਿ ਕਈਆਂ ਨੂੰ ਡਰੱਗਸ ਲੈਣ ਦੀ ਆਦਤ ਪੈ ਜਾਂਦੀ ਹੈ ਜਾਂ ਕਿਸੇ ਨੂੰ ਡਰਿੰਕਿੰਗ ਦੀ ਹੈਬਚੁਅਲ ਹੋ ਜਾਂਦੇ ਆ, ਤਾਂ ਉਹਨਾਂ ਦੀ ਇੱਕ ਬਿਹੇਵੀਅਰ ਮੋਡੀਫਿਕੇਸ਼ਨ ਦੇ ਪ੍ਰੋਸੈਸ ਨਾਲ ਉਹਨਾਂ ਨੂੰ ਲਰਨਿੰਗ ਕਰਵਾਈ ਜਾਂਦੀ। ਕੀ ਦੱਸਿਆ ਜਾਂਦਾ ਕਿ ਵਟ ਆਰ ਦੀ ਵਰਸਟ ਇਫੈਕਟਸ ਫॉर ਡਰਿੰਕਿੰਗ ਔਨ देयर ਹੈਲਥ। ਉਹਨਾਂ ਦੇ ਕੋਈ ਨਾ ਕੋਈ ਪੈਕਟੋਰੀਕਲ ਰਿਪਰੈਜ਼ੈਂਟੇਸ਼ਨ ਉਹਨਾਂ ਦੇ ਰੱਖੀ ਜਾਂਦੀ ਹੈ, ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ। ਇਹ ਜਿਹੜੇ ਕਾਉਂਸਲਿੰਗ ਦੇ ਪਾਰਟ ਆਉਂਦੇ, ਇਹ ਸਾਡੇ ਕੋਲ ਇਸ ਬਿਹੇਵੀਅਰ ਨੂੰ ਚੇਂਜ ਕਰਨ ਦੇ ਵਾਸਤੇ ਬੇਸਿਕ ਸਾਡੇ ਕੋਲ ਕ੍ਰਾਈਟੀਰੀਆ ਰਹਿੰਦਾ ਹੈ। Parents use this to teach their children from wrong. Therapists use to promote healthy behavior in their patients. ਪੇਰੈਂਟਸ ਕੀ ਹੈ, ਸਾਡੇ ਕੋਲ ਇਹ ਚੰਗਾ ਹੈ, ਇਹ ਮਾੜਾ, ਅਸੀਂ ਬੁਰੀ ਸੰਗਤ ਦੇ ਵਿੱਚ ਨਹੀਂ ਰਹਿਣਾ, ਅਸੀਂ ਚੰਗੇ ਲੋਕਾਂ ਦੇ ਨਾਲ ਸਾਥ ਰਹਿਣਾ, ਆਪਣੇ ਅੱਛੇ ਦੋਸਤਾਂ ਦੇ ਨਾਲ। ਐਨੀਮਲ ਟ੍ਰੇਨਰਸ ਯੂਜ਼ ਟੂ ਡਿਵੈਲਪ ਐਨ ਓਬੀਡੀਐਂਸ ਬਿਟਵੀਨ ਏ ਪੈਟ ਐਂਡ ਏ ਓਨਰ। ਉਹਨਾਂ ਨੂੰ ਐਨੀਮਲਸ ਦੇ ਜਿਹੜੇ ਟ੍ਰੇਨਰ ਹੈ ਉਹ ਆਪਣੇ ਜਿਹੜੇ ਛੋਟੇ ਛੋਟੇ ਪੈਟਸ ਆ ਉਹਨਾਂ ਨੂੰ ਟ੍ਰੇਨ ਕਰਦੇ ਆ ਕਿ ਅਸੀਂ ਆਪਣੇ ਜਿਹੜੇ ਮਾਲਿਕ ਆ ਉਹਦਾ ਕਹਿਣਾ ਕਿਵੇਂ ਮੰਨਣਾ, ਕਿਵੇਂ ਰਿਸਪੌਂਸ ਦੇਣਾ। ਇਨ ਆਵਰ ਰਿਲੇਸ਼ਨਸ਼ਿਪ ਵਿਦ ਫਰੈਂਡਸ ਐਂਡ ਸਿਗਨੀਫਿਕੈਂਸ ਅਦਰਸ ਆਲਸੋ ਸ਼ੋ ਦੀ ਬਿਹੇਵੀਅਰ ਔਰ ਦੀ ਕਾਈਂਡ ਆਫ ਰਿਲੇਸ਼ਨਸ਼ਿਪ। Our responses to them teach them what are we like or what we don't. ਕਿ ਸਾਡਾ ਕਿਸੇ ਵੇਲੇ ਸਾਹਮਣੇ ਵਾਲੇ ਵਿਅਕਤੀ ਦੇ ਵੱਲੋਂ ਕਹੀ ਗਈ ਗੱਲ ਦੇ ਉੱਤੇ ਰਿਐਕਸ਼ਨ ਇਹ ਸ਼ੋਅ ਕਰਵਾਉਂਦਾ ਹੈ ਕਿ ਸਾਨੂੰ ਉਹ ਗੱਲ ਪਸੰਦ ਆਈ ਜਾਂ ਨਹੀਂ ਆਈ, ਔਰ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਉਹ ਸਮਝੇਗਾ ਕਿ ਇਸ ਦਾ ਇਸ ਚੀਜ਼ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ, ਔਰ ਆਈ ਹੈਵ ਟੂ ਚੇਂਜ ਮਾਈ ਵਰਡਿੰਗਸ ਔਰ ਆਈ ਹੈਵ ਟੂ ਚੇਂਜ ਦੀ ਡੈਵੀਏਸ਼ਨ ਫॉर द ਟੋਪਿਕ। ਔਰ ਆਹੀ ਸਾਡੇ ਕੋਲ ਬਿਹੇਵੀਅਰ ਮੋਡੂਲੇਸ਼ਨ ਦਾ ਪ੍ਰੋਸੈਸ ਹੈ, ਜਿਹਦੇ ਕਰਕੇ ਅਸੀਂ ਸਿੱਖਦੇ ਹਾਂ, ਕੰਮ ਕਰਦੇ ਹਾਂ, ਔਰ ਡੇਲੀ ਰੂਟੀਨ ਦੇ ਵਿੱਚ ਵੀ ਇਹ ਜਿਹੜੀਆਂ ਐਕਟੀਵਿਟੀਜ਼ ਆ, ਥਿਊਰੀਜ਼ ਆ, ਸਾਨੂੰ ਹੈਲਪ ਕਰਦੀਆਂ ਕਿ ਕਿਹੜੇ ਕਿਹੜੇ ਐਂਗਲਸ ਦੇ ਉੱਤੋਂ ਇੱਕ ਵਿਅਕਤੀ ਅੱਛਾ ਸਿੱਖਣ ਵਾਲਾ ਬਣਦਾ ਹੈ। ਬਿਹੇਵੀਅਰ ਮੋਡੀਫਿਕੇਸ਼ਨ ਦੀ ਇਜ਼ defined as the attempt to alter the human behavior and emotion in a beneficial manner according to the laws of modern learning theory. Approach designed to change a particular undesirable negative behavior। ਜਿਵੇਂ ਨੈਗੇਟਿਵ ਬਿਹੇਵੀਅਰ ਦੀ ਮੈਂ ਤਾਂ ਗੱਲ ਕੀ ਸੀ ਕਿਉਂਕਿ ਇਸ ਸਾਈਡ ਦੇ ਵਿੱਚ ਅਸੀਂ ਨੈਗੇਟਿਵ ਬਿਹੇਵੀਅਰ ਨੂੰ ਟੱਚ ਕੀਤਾ ਹੈ। By using a system of positive or negative consequences, an individual learns to correct the set of responses from all given stimuli। ਔਰ ਜਦੋਂ ਉਹਦੀ ਕਾਉਂਸਲਿੰਗ ਹੁੰਦੀ ਹੈ ਜਾਂ ਕਿਸੇ ਕਿਸਮ ਦਾ ਉਹਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਦਾ ਜਿਹੜਾ ਨੈਗੇਟਿਵ ਰਿਸਪੌਂਸ ਹੈ ਉਹਨੂੰ ਅਸੀਂ ਪੋਜ਼ੀਟਿਵ ਦੇ ਵਿੱਚ ਕਨਵਰਟ ਕਰਦੇ ਹਾਂ। ਜਦੋਂ ਪੋਜ਼ੀਟਿਵ ਦੇ ਵਿੱਚ ਕਨਵਰਟ ਕਰਦੇ ਤਾਂ ਉਹਦਾ ਜਿਹੜਾ ਸੈੱਟ ਆਫ ਰਿਸਪੌਂਸਿਸ ਫॉर ਐਨੀ ਗਿਵਨ ਸਟਿਮੂਲਸ ਹੈ ਉਹ ਚੇਂਜ ਹੋ ਜਾਂਦਾ, ਉਹ ਇੱਕ ਸਮਝਦਾਰ ਵਿਅਕਤੀ ਦੇ ਰੂਪ ਦੇ ਵਿੱਚ ਕੰਮ ਕਰਦਾ। ਅਗੇਨ ਇਸ ਥਿਊਰੀਜ਼ ਦੇ ਨਾਲ ਸਾਨੂੰ ਇਹ ਸਿੱਖਣ ਦੇ ਵਾਸਤੇ ਮਿਲਿਆ ਹੈ ਕਿ ਅਸੀਂ ਬੀਇੰਗ ਅ ਮੈਨੇਜਰ ਕਿਵੇਂ ਆਪਣੀ ਟੀਮ ਨੂੰ ਸਿਖਾਉਣਾ ਹੈ, ਕਿਵੇਂ ਉਹਨਾਂ ਦੀ ਅਪਲਿਫਟਮੈਂਟ ਕਰਨੀ ਹੈ, ਔਰ ਸਾਨੂੰ ਇਹ ਪਤਾ ਚੱਲ ਗਿਆ ਕਿ ਇੱਕ ਵਿਅਕਤੀ ਕਿਹੜੇ ਕਿਹੜੇ ਜ਼ਰੀਏ ਦੇ ਨਾਲ ਸਿੱਖ ਸਕਦਾ ਔਰ ਕਿਹੜੇ ਕਾਰਨ ਦਿੰਦੇ ਆ ਕਿ ਜਿਹਦੇ ਨਾਲ ਇੱਕ ਅੱਛਾ ਲਰਨਰ ਬਣ ਸਕਦਾ। ਥੈਂਕਸ ਅ ਲੋਟ ਫॉर ਲਿਸਨਿੰਗ ਦਾ ਲੈਕਚਰ। ਅਗਲੇ ਅਸੀਂ ਚੈਪਟਰਾਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਐਂਡ ਹੈਵ ਅ ਗੁੱਡ ਡੇ, ਨਾਈਸ ਡੇ।